ਜੇ ਤੁਹਾਡੇ 'ਚ ਕੋਈ ਅਲਰਟ ਹੈ ਤਾਂ ਉਹਨੂੰ ਜ਼ਰੂਰ ਅੱਗੇ ਰਿਪੋਰਟ ਕਰੋ। ਡਾਕਟਰ ਸੰਦੀਪ ਕੌਸ਼ਲ, ਹੈਡ ਆਫ ਡਿਪਾਰਟਮੈਂਟ ਆਫ ਫਾਰਮਾਕੋਲੋਜੀ, ਉਹ ਤੁਹਾਨੂੰ ਇਸ ਬਾਰੇ ਡਿਟੇਲ 'ਚ ਦੱਸਣਗੇ। ਥੈਂਕ ਯੂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਾਂ ਹੁਣ ਕੋਈ ਵੀ ਖੁਸ਼ੀ ਨਾਲ ਤਾਂ ਆਉਂਦਾ ਨਹੀਂ ਹਸਪਤਾਲ, ਹਰ ਕੋਈ ਬੰਦਾ ਕੋਈ ਨਾ ਕੋਈ ਤਕਲੀਫ ਲਈ ਆਉਂਦਾ ਹੈ। ਜਦੋਂ ਆਪਾਂ ਹਸਪਤਾਲ ਆਉਂਦੇ ਹਾਂ, ਕਈਆਂ ਨੂੰ ਦਵਾਈ ਦੇਣੀ ਪੈਂਦੀ ਹੈ, ਕਈਆਂ ਨੂੰ ਕੋਈ ਪ੍ਰੋਸੀਜਰ ਕਰਨਾ ਪੈਂਦਾ ਹੈ, ਕਈਆਂ ਨੂੰ ਸਲਾਹ ਦੇ ਕੇ ਭੇਜਿਆ ਜਾਂਦਾ ਹੈ। ਸੋ ਇੱਕ ਜਿਹੜੀ ਚੀਜ਼ ਆਪਾਂ ਧਿਆਨ ਰੱਖਣੀ ਹੈ ਕਿ ਜਦੋਂ ਵੀ ਸਾਨੂੰ ਕੋਈ ਤਕਲੀਫ ਹੁੰਦੀ ਹੈ, ਅਸੀਂ ਦਵਾਈ ਖਾਂਦੇ ਹਾਂ ਤੇ ਉਹ ਦਵਾਈ ਦਾ ਜਿੱਥੇ ਸਾਨੂੰ ਫਾਇਦਾ ਹੁੰਦਾ ਹੈ, ਥੋੜਾ ਜਿਹਾ ਚਾਂਸ ਹੁੰਦਾ ਹੈ ਕਿ ਦਵਾਈ ਨਾਲ ਕੋਈ ਆਪਾਂ ਨੂੰ ਪ੍ਰੋਬਲਮ ਵੀ ਹੋਵੇ। ਸੋ ਇਹ ਜਿਹੜੀ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ, ਇਹਦਾ ਪਰਪਸ ਸਿਰਫ ਇਹ ਤੁਹਾਨੂੰ ਇਹ ਸਮਝਾਉਣਾ ਕਿ ਜਦੋਂ ਆਪਾਂ ਦਵਾਈ ਖਾ ਰਹੇ ਹਾਂ, ਡਾਕਟਰ ਸਾਹਿਬ ਨੇ ਤਾਂ ਆਪਣੇ ਵੱਲੋਂ ਤੁਹਾਡੇ ਲਈ ਜੋ ਸਭ ਤੋਂ ਵਧੀਆ ਦਵਾਈ ਹੈ ਉਹੀ ਦੇਣੀ ਹੈ। ਬਟ ਜੇ ਸਾਡੀ ਸਰੀਰ ਦੀ ਬਣਾਵਟ ਇਸ ਤਰ੍ਹਾਂ ਦੀ ਅੰਦਰੋਂ ਜਨਮਾਂਦਰੂ ਅਸੀਂ ਇਸ ਤਰ੍ਹਾਂ ਦੇ, ਜਾਂ ਸਾਨੂੰ ਆਲਰੇਡੀ ਕਿਸੇ ਦਵਾਈ ਤੋਂ ਪਹਿਲੇ ਕੋਈ ਐਲਰਜੀ ਹੈ ਤੇ ਅਸੀਂ ਡਾਕਟਰ ਨੂੰ ਨਹੀਂ ਦੱਸਿਆ ਕਿ ਡਾਕਟਰ ਨੇ ਉਹੀ ਦਵਾਈ ਅਗਰ ਦੇਤੀ ਸਾਨੂੰ ਰਿਐਕਸ਼ਨ ਹੋ ਜਾਂਦਾ। ਸੋ ਇਹ ਜਿਹੜੀ ਗੱਲ ਹੈਗੀ ਤੁਸੀਂ ਹਮੇਸ਼ਾ ਆਪਣੇ ਧਿਆਨ ਦੇ ਵਿੱਚ ਰੱਖਣੀ ਹੈ। ਜਦੋਂ ਵੀ ਦਵਾਈ ਖਾਂਦੇ ਹੋ, ਕੋਸ਼ਿਸ਼ ਕਰੋ ਕਿ ਦਵਾਈ ਆਪਣੇ ਆਪ ਆਪਣੀ ਮਰਜ਼ੀ ਨਾਲ ਨਾ, ਦਵਾਈ ਜਿਹੜੀ ਹੈ ਕਿਸੇ ਹੋਰ ਜਿਹੜਾ ਡਾਕਟਰ ਨਹੀਂ ਉਹਦੇ ਕਹੇ ਤੇ ਨਾ ਖਾਓ। ਤੇ ਜ਼ਿਆਦਾ ਇੰਪੋਰਟੈਂਟ ਗੱਲ ਹੈ ਕੈਮਿਸਟ ਤੋਂ ਲੈ ਕੇ ਨਾ, ਜਿਵੇਂ ਉਹਨਾਂ ਤੁਸੀਂ ਦੇਖ ਰਹੇ ਹੋ ਸਟੂਡੈਂਟ ਹੈ ਸਾਰੇ, ਇਹਨਾਂ ਨੇ ਪਹਿਲੇ 5.5 ਸਾਲ ਪੜ੍ਹਾਈ ਕਰਨੀ ਹੈ, ਫਿਰ MBBS ਬਣਨਗੇ, 3 ਸਾਲ ਫਿਰ PG ਕਰਨਗੇ, ਫਿਰ MD ਬਣਨਗੇ, ਉਸ ਤੋਂ ਬਾਅਦ 3 ਸਾਲ ਫਿਰ ਹੋਰ ਪੜ੍ਹਨਗੇ ਤਾਂ ਜਾ ਕੇ ਇਹ DM ਜਾਂ MCH ਬਣਨਗੇ। ਸੋ ਇੱਕ ਡਾਕਟਰ ਜਿਹੜਾ ਹੈਗਾ ਉਹ ਘੱਟੋ ਘੱਟ 5.5 ਸਾਲ ਆਪਣੀ ਉਮਰ ਲਗਾਉਂਦਾ ਹੈਗਾ ਦਵਾਈ ਸਮਝਣ ਲਈ, ਠੀਕ ਹੈ ਨਾ। ਜਿਹੜਾ ਕੈਮਿਸਟ ਹੈ ਉਹਨੂੰ ਸਾਲ ਦੀ ਟ੍ਰੇਨਿੰਗ ਹੈ, 2 ਸਾਲ ਦੀ ਟ੍ਰੇਨਿੰਗ ਹੈ। ਸੋ ਉਹਦੀ ਜਿਹੜੀ ਨੌਲੇਜ ਹੈ ਤੁਸੀਂ ਡਾਕਟਰ ਦੀ ਨੌਲੇਜ ਨਾਲ ਨਹੀਂ ਇਕੁਇਟ ਕਰ ਸਕਦੇ। ਕਈ ਵਾਰੀ ਆਪਾਂ ਟਾਈਮ ਸੇਵ ਕਰਨ ਦੇ ਚੱਕਰ ਦੇ ਵਿੱਚ ਐਮਰਜੈਂਸੀ ਹੈਗੀ ਹੈ ਤੇ ਅਸੀਂ ਫਟਾਫਟ ਜਾ ਕੇ ਕੈਮਿਸਟ ਤੋਂ ਦਵਾਈ ਲੈ ਕੇ ਖਾ ਲੈਂਦੇ ਹਾਂ, ਪਰ ਉਹਦੇ ਨਾਲ ਦਵਾਈ ਦਾ ਨੁਕਸ ਹੋ ਸਕਦਾ ਹੈ, ਦਵਾਈ ਨਾਲ ਆਪਾਂ ਨੂੰ ਕੋਈ ਪ੍ਰੋਬਲਮ ਹੋ ਸਕਦੀ ਹੈ। ਸੋ ਅਸੀਂ ਇਹ ਅੱਜ ਪ੍ਰੋਗਰਾਮ ਕਰ ਰਹੇ ਹਾਂ, ਤੁਹਾਨੂੰ ਇਹ ਦੱਸਣ ਲਈ ਕਰ ਰਹੇ ਹਾਂ ਕਿ ਜਦੋਂ ਤੁਸੀਂ ਕੋਈ ਵੀ ਤਕਲੀਫ ਹੁੰਦੀ ਹੈ, ਕੋਈ ਦਵਾਈ ਖਾਂਦੇ ਹੋ, ਜੇ ਤੁਹਾਨੂੰ ਦਵਾਈ ਸ਼ੁਰੂ ਕਰਨ ਤੋਂ ਬਾਅਦ ਕੋਈ ਨਵੀਂ ਤਕਲੀਫ ਸ਼ੁਰੂ ਹੋ ਜਾਂਦੀ ਹੈ, ਉਹਦੇ 2 ਕਾਰਨ ਹੋ ਸਕਦੇ। ਪਹਿਲਾ ਕਾਰਨ ਤੇ ਇਹ ਹੈ ਕਿ ਹੋ ਸਕਦਾ ਹੈ ਉਹ ਬਿਮਾਰੀ ਦਾ ਹੀ ਇੱਕ ਹਿੱਸਾ ਹੈ। ਇੱਕ ਵਾਰੀ ਇੱਕ ਤਕਲੀਫ ਸ਼ੁਰੂ ਹੁੰਦੀ ਹੈ, ਪਹਿਲੇ ਸਿਰ ਦਰਦ ਹੋਇਆ, ਬਾਅਦ ਚੋਂ ਛਿੱਕਾ ਲੁਗਾਮ ਆ ਗਏ, ਪਰ ਇਹ ਨਹੀਂ ਹੈ ਕਿ ਦਵਾਈ ਖਾਣ ਤੋਂ ਛਿੱਕਾ ਲੁਗਾਮ ਲੱਗ ਗਿਆ ਤੇ ਦਵਾਈ ਕਰਕੇ ਹੋ ਗਿਆ। ਸੋ ਇਹ ਜਿਹੜੀ ਚੀਜ਼ ਹੈਗੀ ਹੈ ਕਿ ਦਵਾਈ ਤੋਂ ਬਾਅਦ ਆਪਾਂ ਨੂੰ ਕੋਈ ਪ੍ਰੋਬਲਮ ਹੋ ਰਹੀ ਹੈ, ਕਿ ਡਾਕਟਰ ਹੀ ਤੁਹਾਨੂੰ ਦੱਸ ਸਕਦਾ ਹੈ ਕਿ ਇਹ ਦਵਾਈ ਦੇ ਨਾਲ ਰਿਲੇਟਡ ਹੈ ਜਾਂ ਤੁਹਾਡੇ ਬਿਮਾਰੀ ਦਾ ਇੱਕ ਹਿੱਸਾ ਹੈ। ਤੇ ਇਸ ਗੱਲ ਲਈ ਜਦੋਂ ਵੀ ਤੁਸੀਂ ਡਾਕਟਰ ਤੋਂ ਦਵਾਈ ਲੈਣ ਤੋਂ ਬਾਅਦ ਦੁਬਾਰਾ ਫੋਲੋ ਅਪ ਲਈ ਆਉਂਦੇ ਹੋ ਤਾਂ ਤੁਸੀਂ ਪਲੀਜ਼ ਉਹਨਾਂ ਨੂੰ ਦੱਸੋ ਕਿ ਮੈਨੂੰ ਇਹ ਨਵੀਂ ਚੀਜ਼ ਸ਼ੁਰੂ ਹੋ ਗਈ ਹੈ, ਤਾਂ ਕਿ ਡਾਕਟਰ ਤੁਹਾਨੂੰ ਦੱਸ ਸਕੇ ਕਿ ਹਾਂਜੀ ਇਹ ਜਿਹੜੀ ਤੁਹਾਡੀ ਮੈਨੀਫੈਸਟੇਸ਼ਨ ਹੈ, ਇਹ ਜਿਹੜੀ ਬਿਮਾਰੀ ਹੈ, ਤਕਲੀਫ ਹੋ ਰਹੀ ਹੈ, ਇਹ ਬਿਮਾਰੀ ਦਾ ਹਿੱਸਾ ਹੈ। ਉਹਦੇ ਹਿਸਾਬ ਨਾਲ ਦਵਾਈ ਕੀ ਹੋਰ ਐਡ ਕਰਨੀ ਹੈ, ਕੋਈ ਦਵਾਈ ਘਟਾਣੀ ਹੈ, ਠੀਕ ਹੈ, ਜਾਂ ਕੋਈ ਹੋਰ ਤੁਹਾਨੂੰ ਚੀਜ਼ ਕਰਾਉਣ ਦੀ ਲੋੜ। ਦੂਸਰੀ ਇੰਪੋਰਟੈਂਟ ਚੀਜ਼ ਹੈ ਕਿ ਜਿਵੇਂ ਅਸੀਂ ਦੱਸ ਰਹੇ ਕਿ ਜਦੋਂ ਅਸੀਂ ਦਵਾਈ ਖਾਂਦੇ ਹਾਂ ਉਹਦੇ ਨਾਲ ਸਾਨੂੰ ਕਈ ਵਾਰੀ ਪ੍ਰੋਬਲਮ ਹੋ ਸਕਦੀ ਹੈ। ਇਹ ਜਿਹੜੀ ਪ੍ਰੋਬਲਮ ਹੈਗੀ ਹੈ ਕਈ ਵਾਰੀ ਟੈਸਟ ਕਰਨ ਤੋਂ ਸਾਨੂੰ ਪਤਾ ਲੱਗ ਸਕਦਾ ਹੈ। ਜਿਹੜਾ ਕਈ ਦਵਾਈਆਂ ਹੈਗੀਆਂ ਉਹਦੇ ਨਾਲ ਸਾਡੇ ਸਰੀਰ ਦੇ ਵਿੱਚ ਨਮਕ ਦੀ ਮਿਕਦਾਰ ਘਟ ਸਕਦੀ ਹੈ ਜਾਂ ਵੱਧ ਸਕਦੀ ਹੈ, ਤਾਂ ਡਾਕਟਰ ਤੁਹਾਨੂੰ ਇਸ ਕਰਕੇ ਟੈਸਟ ਨਾਲ ਕਹਿਣਗੇ ਕਿ ਤੁਸੀਂ ਇਹ ਦਵਾਈ ਖਾਣ ਦੇ ਨਾਲ ਨਾਲ ਟੈਸਟ ਕਰਾ ਕੇ ਲੈ ਕੇ ਆਉਣਾ ਹੈਗਾ। ਜਿਹੜੇ ਕੋਈ ਸ਼ੂਗਰ ਦਾ ਮਰੀਜ਼ ਹੈਗਾ ਉਹਦੀ ਆਪਾਂ ਸ਼ੂਗਰ ਦਾ ਟੈਸਟ ਕਰਵਾ ਕੇ ਹਮੇਸ਼ਾ ਬੁਲਾਉਂਦੇ ਹਾਂ, ਤਾਂ ਕਿ ਜੋ ਦਵਾਈ ਚੱਲ ਰਹੀ ਹੈ ਉਹ ਤੋਂ ਦੇਖਿਆ ਜਾਵੇ ਕਿ ਦਵਾਈ ਦੀ ਮਿਕਦਾਰ ਵਧਾਉਣੀ ਹੈ, ਸ਼ੂਗਰ ਦੀ ਕਿੰਨੀ। ਸਿਮਿਲਰਲੀ ਬਲੱਡ ਪ੍ਰੈਸ਼ਰ ਦੀ ਦਵਾਈਆਂ ਜਿਹਨਾਂ ਦੀ ਚੱਲਦੀਆਂ, ਕਈ ਵਾਰੀ ਉਹਨਾਂ ਦੇ ਕਿਡਨੀ ਦੇ ਟੈਸਟ ਕਰਾਉਂਦੇ ਆ, ਠੀਕ ਹੈ ਨਾ, ਕਈ ਵਾਰੀ ਕਿਸੇ ਨੂੰ ਅਲਟਰਾਸਾਊਂਡ ਕਹਿੰਦੇ ਆ ਕਰਵਾਉਣ ਦੇ ਲਈ। ਸੋ ਇਹ ਜ਼ਰੂਰੀ ਹੈ ਕਿ ਜਿਹੜੇ ਟੈਸਟ ਕਰਾਏ ਜਾਂਦੇ ਆ, ਇਹਦਾ ਪਰਪਸ ਹੁੰਦਾ ਹੈ ਜਾਂ ਤਾਂ ਬਿਮਾਰੀ ਦੀ ਅਸੀਂ ਦੇਖਣਾ ਹੈ ਕਿ ਕਿੰਨੀ ਜ਼ਿਆਦਾ ਵੱਧ ਰਹੀ ਹੈ, ਘਟ ਰਹੀ ਹੈ। ਦੂਸਰੀ ਜਿਹੜੀ ਤੁਹਾਨੂੰ ਦਵਾਈਆਂ ਚੱਲ ਰਹੀਆਂ ਉਹ ਦਵਾਈਆਂ ਦੀ ਕੀ ਮਿਕਦਾਰ ਘਟਾਉਣ ਦੀ ਲੋੜ ਹੈ ਜਾਂ ਵਧਾਉਣ ਦੀ ਲੋੜ ਹੈ। ਸੋ ਸਾਡੇ ਵੱਲੋਂ ਤੁਹਾਨੂੰ ਇੱਕ ਸਿੰਪਲ ਇਹੀ ਰਿਕੁਐਸਟ ਹੈ ਕਿ ਤੁਸੀਂ ਇਹ ਯਾਦ ਰੱਖੋ ਕਿ ਜਦੋਂ ਵੀ ਤੁਸੀਂ ਕੋਈ ਦਵਾਈ ਖਾਓ, ਜਿਹੜੀ ਦਵਾਈ ਹੈਗੀ ਹੈ ਉਹ ਮਰੀਜ਼ ਲਈ ਸਹੀ ਹੋਣੀ ਚਾਹੀਦੀ। ਸਹੀ ਮਤਲਬ ਕਿ ਉਹ ਮਰੀਜ਼ ਨੂੰ ਚਾਹੀਦੀ ਹੈ। ਜਿਵੇਂ ਤੁਸੀਂ ਕਿਸੇ ਵੀ ਕੈਮਿਸਟ ਦੀ ਦੁਕਾਨ ਤੇ ਦੇਖੋ ਕਿੰਨੀਆਂ ਦਵਾਈਆਂ ਤੁਹਾਨੂੰ ਦਿਖਦੀਆਂ ਉੱਥੇ, 100 ਚ ਹੁੰਦੀਆਂ, 1000 ਚ ਹੁੰਦੀਆਂ, ਕਿੰਨੀਆਂ ਚ ਹੁੰਦੀਆਂ। ਹਾਂ, ਤਾਂ ਇਹ ਜਿਹੜਾ ਡਾਕਟਰ ਹੈ ਇਹੀ ਤੁਹਾਨੂੰ ਦੱਸ ਸਕਦਾ ਹੈ ਕਿ ਜਿਹੜੇ ਹਜ਼ਾਰਾਂ ਦਵਾਈਆਂ ਹੈ ਉਹਦੇ ਚੋਂ ਕਿਹੜੀ ਦਵਾਈ ਤੁਹਾਡੇ ਲਈ ਮਾਫਕ ਹੈ। ਕਿਸੇ ਨੇ ਕੋਈ ਦਰਦ ਦੀ ਕੋਈ ਗੋਲੀ ਖਾਧੀ ਹੋਵੇ ਥੋੜੇ ਦਿਨ ਪਹਿਲੇ, ਕੋਈ ਦਰਦ ਦੀ ਗੋਲੀ ਦਾ ਨਾਮ ਪਤਾ ਹੈ? ਪੈਰਾਸੀਟਾਮੋਲ, ਬਰੂਫਨ, ਮੋਰੋਨ, ਇਹ ਸਾਰੀਆਂ ਦਵਾਈਆਂ, ਪਰ ਉਹ ਹਰ ਇੱਕ ਦਵਾਈ ਜਿਹੜੀ ਹਰ ਕਿਸੇ ਨੂੰ ਨਹੀਂ ਦੇ ਸਕਦੇ। ਇਹ ਡਾਕਟਰ ਨੇ ਦੇਖਣਾ ਹੈਗਾ ਕਿ ਕਿਸ ਮਰੀਜ਼ ਨੂੰ ਦਰਦ, ਸਾਰਿਆਂ ਨੂੰ ਹੈ, ਕਿਸੇ ਨੂੰ ਗਿੱਟੇ 'ਚ ਦਰਦ ਹੈ, ਕਿਸੇ ਨੂੰ ਕਮਰ 'ਚ ਦਰਦ ਹੈ, ਕਿਸੇ ਨੂੰ ਸਿਰ 'ਚ ਦਰਦ ਹੈ, ਕਿਸੇ ਨੂੰ ਅਸੀਂ ਮੋਰੋਨ ਦੇਣੀ ਹੈ, ਕਿਸੇ ਨੂੰ ਅਸੀਂ ਜਿਹੜੀ ਹੈਗੀ ਬਰੂਫਨ ਦੇਣੀ ਹੈ, ਕਿਸੇ ਨੂੰ ਪੈਰਾਸੀਟਾਮੋਲ ਦੇਣੀ ਹੈ। ਆਪਣੀ ਮਰਜ਼ੀ ਨਹੀਂ ਹੈ ਸਾਡੀ ਕਿ ਅੱਜ ਸੋਮਵਾਰ ਹੈ ਸਾਰਿਆਂ ਨੂੰ ਸੋਮਵਾਰ ਨੂੰ ਅਸੀਂ ਬਰੂਫਨ ਹੀ ਦੇ ਦੇਣੀ ਹੈ, ਮੰਗਲਵਾਰ ਨੂੰ ਸਾਰਿਆਂ ਨੂੰ ਮੋਰੋਨ ਦੇ ਦੇਣਾ। ਉਹ ਹਰ ਇੱਕ ਮਰੀਜ਼ ਲਈ ਜਿਹੜਾ ਹੈਗਾ ਉਹ ਸਾਨੂੰ ਦੇਖਣਾ ਪੈਂਦਾ ਹੈ। ਸੋ ਭਾਵੇਂ ਡਾਕਟਰ ਤੁਹਾਡੇ ਕੋਲ 2 ਮਿੰਟ ਲਗਾਉਂਦਾ ਹੈ, 5 ਮਿੰਟ ਲਗਾਉਂਦਾ ਹੈ, ਪਰ ਉਹਦੀ ਜਿੱਦਾਂ ਮੈਂ ਦੱਸਿਆ ਟ੍ਰੇਨਿੰਗ ਇੰਨੀ ਲੰਬੀ ਹੈਗੀ ਹੈ ਕਿ ਉਹ ਦੇਖ ਕੇ ਤੁਹਾਡੀ ਬਿਮਾਰੀ ਸਮਝ ਕੇ ਜੋ ਤੁਹਾਡੇ ਲਈ ਬੈਸਟ ਸੂਟੇਬਲ ਦਵਾਈ ਹੈਗੀ ਹੈ, ਹਜ਼ਾਰਾਂ ਲੱਖਾਂ ਦਵਾਈਆਂ ਚੋਂ ਉਹ ਤੁਹਾਨੂੰ ਉਹ ਦੱਸੇਗਾ ਤੇ ਉਹ ਤੁਸੀਂ ਖਾਣੀ। ਫਿਰ ਵੀ ਕਈ ਵਾਰੀ ਉਹਨੇ ਤੁਹਾਡੇ ਨਾਲ ਗੱਲ ਕਰਕੇ ਤੁਹਾਡੀ ਤਕਲੀਫ ਸਮਝ ਕੇ ਦਵਾਈ ਦੱਸਣੀ ਹੈ,
ਕਈ ਵਾਰੀ ਜਦੋਂ ਆਪਾਂ ਦਵਾਈ ਲੈਂਦੇ ਹੈਗੇ ਆ ਉਹ ਸਾਨੂੰ ਅਸੀਂ ਆਪਣੀ ਪੂਰੀ ਗੱਲ ਨਹੀਂ ਦੱਸ ਸਾਨੂੰ ਇਸ ਦਵਾਈ ਤੋਂ ਅਲਰਜੀ ਹੈ, ਸਾਨੂੰ ਸਲਫਾ ਤੋਂ ਅਲਰਜੀ ਹੈ, ਸਾਨੂੰ ਪੈਨਸਿਲਿਨ ਤੋਂ ਅਲਰਜੀ ਹੈ। ਤਾਂ ਕਈ ਵਾਰੀ ਜਿਹੜੀ ਦਵਾਈ ਹੈ ਉਹਦੀ ਸ਼ਕਲ ਜਿਹੜੀ ਹੈਗੀ ਹੈ ਜਾਂ ਬਣਾਵਟ ਜਿਹੜੀ ਹੈ ਉਸ ਦਵਾਈ ਨਾਲ ਮਿਲਦੀ ਜਿਹਦੇ ਨਾਲ ਅਲਰਜੀ ਹੈ, ਤੇ ਜਦੋਂ ਤੁਸੀਂ ਉਹ ਲਾਓਗੇ ਤਾਂ ਉਹਦੇ ਨਾਲ ਤੁਹਾਨੂੰ ਰਿਐਕਸ਼ਨ ਹੋ ਸਕਦਾ ਤੇ ਉਹ ਆ ਕੇ ਤੁਸੀਂ ਦੱਸੋ। ਤੇ ਪਲੀਜ਼ ਇਹ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਕਿ ਜਿਵੇਂ ਤੁਸੀਂ ਡਾਕਟਰ ਕੋਲ ਆਉਂਦੇ ਹੋ ਆਪ ਦਾ ਨਾਮ ਦੱਸ ਦਿਓ, ਏਜ ਦੱਸ ਦਿਓ ਕਿੱਥੇ ਰਹਿਣਾ ਹੈ, ਇਹ ਜ਼ਰੂਰ ਦੱਸੋ ਨਾਲ ਮੈਨੂੰ ਇਸ ਦਵਾਈ ਦੀ ਅਲਰਜੀ ਹੈ ਕਿ ਨਹੀਂ, ਤਾਂ ਕਿ ਡਾਕਟਰ ਜਿਹੜਾ ਹੈਗਾ ਤੁਹਾਡੇ ਲਈ ਜੋ ਵੀ ਬੈਸਟ ਪੋਸੀਬਲ ਦਵਾਈ ਹੈਗੀ ਉਹ ਤੁਹਾਨੂੰ ਦੇ ਸਕੇ। ਦਵਾਈ ਕੋਈ ਵੀ ਜਿਹੜੀ ਹੈਗੀ ਹੈ ਉਹਦਾ ਅਸਰ ਪੂਰਾ ਆਉਣ ਲਈ 5 ਚੀਜ਼ਾਂ ਜ਼ਰੂਰੀ ਹੈ। ਇੱਕ ਤਾਂ ਦਵਾਈ ਸਹੀ ਹੋਣੀ ਚਾਹੀਦੀ, ਦੂਸਰੀ ਦਵਾਈ ਦੀ ਸਹੀ ਮਿਕਦਾਰ ਹੋਣੀ ਚਾਹੀਦੀ, ਤੀਜੀ ਦਵਾਈ ਜਿਹੜੀ ਲੈਣੀ ਹੈ ਗੋਲੀ ਜਿਹੜੀ ਹੈਗੀ ਹੈ ਕੁਝ ਪਾਣੀ ਨਾਲ ਲੈਣੀਆਂ ਹੁੰਦੀਆਂ, ਕੁਝ ਮੂੰਹ 'ਚ ਰੱਖ ਕੇ ਚੂਸਣੀਆਂ ਹੁੰਦੀਆਂ ਹੈਗੀਆਂ, ਠੀਕ ਹੈ ਨਾ, ਕੁਝ ਨੂੰ ਰੋਟੀ ਦੇ ਨਾਲ ਖਾਣਾ ਹੈ, ਕੁਝ ਖਾਲੀ ਪੇਟ ਖਾਣਾ ਹੈ, ਤੁਹਾਨੂੰ ਡਾਕਟਰ ਦੱਸਦਾ, ਠੀਕ ਹੈ ਨਾ, ਕਿੰਨੀ ਦੇਰ ਖਾਣੀ ਹੈ। ਇਹ ਨਾ ਸੋਚੋ ਕਿ ਦਵਾਈ ਮਹਿੰਗੀ ਹੈ ਚਲੋ ਕੋਈ ਗੱਲ ਨਹੀਂ, ਡਾਕਟਰ ਸਾਹਿਬ ਨੇ 3 ਵਾਰੀ ਕਿਹਾ ਸੀ ਮੈਂ ਕੋਈ ਨਹੀਂ 2 ਵਾਰੀ ਖਾ ਲੈਣਾ, ਡਾਕਟਰ ਸਾਹਿਬ ਨੇ 5 ਦਿਨ ਕਿਹਾ ਸੀ ਚਲ ਮੈਨੂੰ ਫਰਕ ਪੈ ਗਿਆ ਮੈਂ 2 ਦਿਨ ਬਾਅਦ ਬੰਦ ਕਰ ਦਾਂਗਾ, ਉਹ ਇਦਾਂ ਨਹੀਂ ਕਰਨਾ, ਕਿਉਂਕਿ ਹਰ ਇੱਕ ਦਵਾਈ ਜਿਹੜੀ ਹੈ ਇੱਕ ਪ੍ਰੋਪਰ ਤਰੀਕੇ ਨਾਲ ਦਿੱਤੀ ਜਾਂਦੀ ਹੈ। ਜੇ ਤੁਹਾਡੀ ਦਵਾਈ ਦੇ ਨਾਲ ਤੁਹਾਡੀ ਬਿਮਾਰੀ ਠੀਕ ਹੋ ਰਹੀ ਹੈ ਇਹਦਾ ਮਤਲਬ ਇਹ ਹੈ ਕਿ ਦਵਾਈ ਬਿਲਕੁਲ ਠੀਕ ਹੈ। ਕਈ ਵਾਰੀ ਦਵਾਈ ਦਾ ਅਸਰ ਆਉਣ ਨੂੰ ਮਹੀਨਾ ਲੱਗ ਜਾਂਦਾ, ਤੇ ਇਹ ਨਹੀਂ ਸੋਚਣਾ ਕਿ ਅਕਸਰ ਮੈਂ ਦਵਾਈ ਲਿਖੀ ਸੀ ਮੈਨੂੰ ਤਾਂ 2 ਦਿਨ 'ਚ ਫਰਕ ਨਹੀਂ ਪਿਆ, ਬੁਖਾਰ ਸੀ ਮੇਰਾ ਹਲੇ ਟੁੱਟਿਆ ਨਹੀਂ, ਹੋ ਸਕਦਾ ਤੁਹਾਨੂੰ ਦਵਾਈ ਲੰਬੀ ਦੇਰ ਦੇਣੀ ਪਵੇ, ਕੁਝ ਦਵਾਈਆਂ ਦਾ ਅਸਰ ਆਉਣ ਨੂੰ ਟਾਈਮ ਲੱਗਦਾ ਹੈ। ਸੋ ਜੇ ਤੁਹਾਨੂੰ ਕੋਈ ਵੀ ਇਹੋ ਜਿਹਾ ਇਸ਼ੂ ਹੈਗਾ ਪਲੀਜ਼ ਤੁਸੀਂ ਆਪਣੀ ਮਰਜ਼ੀ ਨਾਲ ਬੰਦ ਨਾ ਕਰੋ, ਜਦੋਂ ਤੁਹਾਨੂੰ ਨੈਕਸਟ ਟਾਈਮ ਬੁਲਾਏਗਾ ਦੱਸੋ ਕਿ ਡਾਕਟਰ ਸਾਹਿਬ ਮੇਰਾ ਠੀਕ ਹੋਇਆ ਕਿ ਨਹੀਂ ਹੋਇਆ, ਡਾਕਟਰ ਸਾਹਿਬ ਤੁਹਾਨੂੰ ਆਪ ਹੀ ਦੱਸਣਗੇ ਇਹਨੂੰ ਇੰਨਾ ਟਾਈਮ ਲੱਗੇਗਾ, ਠੀਕ ਹੈ। ਮੋਸਟਲੀ ਬਿਮਾਰੀਆਂ ਜਿਹੜੀਆਂ ਹੁੰਦੀਆਂ ਉਹ ਸ਼ੁਰੂ ਦੀ ਕੁਝ ਡੋਜ਼ਸ ਨਾਲ ਹੀ ਫਰਕ ਪੈ ਜਾਂਦਾ ਹੈ, ਬਟ ਪਲੀਜ਼ ਵਿਦਆਊਟ ਉਹਦੀ ਡਾਕਟਰ ਦੀ ਸਲਾਹ ਦੇ ਕੁਝ ਨਹੀਂ ਕਰਨਾ। ਸੋ ਸਹੀ ਦਵਾਈ ਸਹੀ ਟਾਈਮ ਦੇ ਉੱਤੇ ਸਹੀ ਮਿਕਦਾਰ ਦੇ ਵਿੱਚ ਸਹੀ ਤਰੀਕੇ ਦੇ ਨਾਲ ਤੇ ਸਹੀ ਡਿਊਰੇਸ਼ਨ ਲਈ ਲੈਣੀ ਹੈ, ਜਿੰਨੀ ਦੇਰ ਦਾ ਕੋਰਸ ਹੈ ਉਨੀ ਦੇਰ ਲੈਣੀ ਹੈ। ਜਦੋਂ ਬਲੱਡ ਪ੍ਰੈਸ਼ਰ ਸ਼ੂਗਰ ਹੈ ਇਹਨਾਂ ਦੀ ਬਿਮਾਰੀਆਂ ਦੀ ਦਵਾਈ ਜਿਹੜੀ ਹੈਗੀ ਉਹ ਉਮਰ ਭਰ ਹੀ ਚੱਲਦੀ ਹੈ, ਬਟ ਉਹਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਕਈ ਵਾਰੀ ਤੁਸੀਂ ਆਉਂਦੇ ਹੋ ਕਦੀ ਮਹੀਨੇ ਬਾਅਦ ਦਵਾਈ ਬਦਲ ਦਿੰਦੇ ਆ, ਕਦੀ ਘਟਾ ਦਿੰਦੇ, ਕਦੀ ਵਧਾ ਦਿੰਦੇ, ਉਹ ਸਾਡੀ ਕੋਈ ਮਰਜ਼ੀ ਨਹੀਂ ਹੈ ਕਿ ਚਲੋ ਅੱਜ ਆ ਗਿਆ ਤੇ ਚਲੋ ਥੋੜਾ ਜਿਹਾ ਤੋੜਾ ਵਧਾ ਦਈਏ ਤੇ ਤੋੜਾ ਘਟਾ ਦਈਏ, ਉਹ ਤੁਹਾਡੀ ਬਿਮਾਰੀ ਦੇ ਰਿਸਪੌਂਸ ਦੇ ਨਾਲ ਹੈ। ਕਈ ਵਾਰੀ ਬਿਮਾਰੀ ਵੱਧਦੀ ਜਾਂਦੀ ਹੈ ਤਾਂ ਦਵਾਈ ਵਧਾਉਣੀ ਪੈਂਦੀ ਹੈ, ਕਈ ਵਾਰੀ ਬਿਮਾਰੀ ਕੰਟਰੋਲ ਚ ਆ ਜਾਂਦੀ ਹੈ ਦਵਾਈ ਘਟਾਉਣੀ ਪੈ ਜਾਂਦੀ ਹੈ, ਪਰ ਜੇ ਤੁਸੀਂ ਡਾਕਟਰ ਦੀ ਸਲਾਹ ਨਾਲ ਲਓਗੇ, ਜਿਹੜੇ ਤੁਹਾਨੂੰ ਟੈਸਟ ਦੱਸੇ ਕਿ ਉਹ ਕਰਾ ਕੇ ਲਓਗੇ ਤਾਂ ਤੁਹਾਡੇ ਲਈ ਜਿਹੜੀ ਦਵਾਈਆਂ ਹੈਗੀਆਂ ਮੈਜੋਰਿਟੀ ਆਫ ਦਾ ਟਾਈਮਸ ਉਹ ਸੇਫ ਰਹਿਣਗੀਆਂ। ਸੋ ਇੱਕ ਭਾਰਤ ਸਰਕਾਰ ਵੱਲੋਂ ਇੱਕ ਉਪਰਾਲਾ ਹੈਗਾ ਕਿ ਜੇ ਕਿਸੇ ਨੂੰ ਕੋਈ ਦਵਾਈ ਨਾਲ ਕੋਈ ਪ੍ਰੋਬਲਮ ਹੈਗੀ ਬਿਕੋਜ਼ ਨੋ ਐਜ਼ ਅ ਪੇਸ਼ੈਂਟ ਨਹੀਂ ਪਤਾ ਹੋਏਗਾ ਕਿ ਮੈਨੂੰ ਦਵਾਈ ਨਾਲ ਪ੍ਰੋਬਲਮ ਹੋ ਰਹੀ ਹੈ ਕਿ ਬਿਮਾਰੀ ਦਾ ਹੈਗਾ, ਜੇ ਤੁਹਾਨੂੰ ਲੱਗਦਾ ਕੋਈ ਚੀਜ਼ ਇਹੋ ਜਿਹੀ ਹੈ, ਇੱਕ ਨੰਬਰ ਹੈਗਾ ਟੋਲ ਫ੍ਰੀ ਨੰਬਰ ਸਾਰਿਆਂ ਨੂੰ ਪਤਾ 1800 ਤੋਂ ਸ਼ੁਰੂ ਹੁੰਦਾ ਹੈ, ਠੀਕ ਹੈ ਨਾ, ਇਹਨੂੰ ਸਿੱਧਾ ਯਾਦ ਰੱਖਣ ਦਾ ਤਰੀਕਾ 1800 ਟੋਲ ਫ੍ਰੀ ਨੰਬਰ ਹੈ, ਉਹ ਚ ਇੱਕ ਸਿਫਰ ਉਠਾਤਾ 1800 180 ਮਹੀਨੇ ਦੇ ਦਿਨ ਹੁੰਦੇ ਆ 30 ਤੇ 24 ਘੰਟੇ ਹੁੰਦੇ, ਸੋ 1800 180 30 24। ਸੋ ਇਸ ਨੰਬਰ ਤੇ ਅਗਰ ਤੁਸੀਂ ਫੋਨ ਕਰੋਗੇ ਉਹ ਤੁਹਾਨੂੰ ਇਹ ਸਵੇਰੇ 9 ਵਜੇ ਤੋਂ ਲੈ ਕੇ 5:30 ਵਜੇ ਤੱਕ ਹੁੰਦਾ ਹੈ, ਤੁਸੀਂ ਉੱਤੇ ਦੱਸ ਸਕਦੇ ਹੋ ਜੀ ਸਾਨੂੰ ਆਹ ਪ੍ਰੋਬਲਮ ਹੈਗੀ ਸੀ, ਅਸੀਂ ਆਹ ਦਵਾਈ ਖਾਧੀ ਹੈ, ਸਾਨੂੰ ਆਹ ਤਕਲੀਫ ਹੋ ਰਹੀ ਹੈ, ਉਹ ਨੋਟ ਕਰ ਲੈਣਗੇ। ਤੇ ਜੇ ਤੁਸੀਂ ਇੱਥੇ ਲੁਧਿਆਣੇ ਦੇ ਆਸ-ਪਾਸ ਦੇ ਸਾਨੂੰ ਆ ਜਾਏਗਾ ਮੈਸੇਜ ਕਿ ਤੁਹਾਡੇ ਨਾਲ ਗੱਲ ਕਰ ਲਓ, ਅਸੀਂ ਤੁਹਾਡੇ ਨਾਲ ਗੱਲ ਕਰਕੇ ਤੁਹਾਡੀ ਤਕਲੀਫ ਸਮਝ ਕੇ ਦੱਸਾਂਗੇ ਕਿ ਦਵਾਈ ਦੇ ਕਰਕੇ ਹੁੰਦੀ ਹੈ ਪ੍ਰੋਬਲਮ ਜਾਂ ਇਹ ਬਿਮਾਰੀ ਕਰਕੇ ਹੋ ਰਹੀ ਹੈ, ਇਹਦੇ ਲਈ ਕੀ ਕਰਨਾ ਹੈ। ਪਲੱਸ ਇਸ ਤੋਂ ਇਲਾਵਾ ਜਿਹੜੇ ਤੁਹਾਡੇ ਟ੍ਰੀਟਮੈਂਟ ਕਰਨ ਵਾਲੇ ਡਾਕਟਰ ਹੈਗੇ ਉਹ ਤਾਂ ਅਵੇਲੇਬਲ ਹੀ ਹੈ, ਉਹ ਤੁਹਾਨੂੰ ਦੱਸ ਦਿੰਦੇ, ਠੀਕ ਹੈ ਨਾ। ਇਸ ਤੋਂ ਇਲਾਵਾ ਜਿਹੜੇ ਫਾਰਮ ਹੈਗੇ ਇਹ ਫਾਰਮ ਤੁਸੀਂ ਹਿੰਦੀ ਦੇ ਵਿੱਚ ਅਵੇਲੇਬਲ ਹੈ, ਪੰਜਾਬੀ ਚ ਅਵੇਲੇਬਲ ਨਹੀਂ ਹੈ, ਤੁਸੀਂ ਜਿਹੜੀ ਵੈਬਸਾਈਟ ਅਸੀਂ ਇੱਥੇ ਲਿਖ ਕੇ ਲਗਾਈ ਹੈ ਇਸ ਵੈਬਸਾਈਟ ਤੋਂ ਤੁਸੀਂ ਡਾਊਨਲੋਡ ਕਰਕੇ ਭਰ ਕੇ ਭੇਜ ਸਕਦੇ ਹੋ, ਜਾਂ ਇੱਕ ਫੋਨ ਐਪ ਹੈਗੀ ਹੈ, ਫੋਨ ਐਪ ਤੇ ਤੁਸੀਂ ਦੱਸ ਸਕਦੇ ਹੋ। ਸੋ ਸਾਡੇ ਅੱਜ ਦਾ ਤੁਹਾਡੇ ਲਈ ਇੱਕ ਹੀ ਸੰਦੇਸ਼ ਹੈ ਕਿ ਜਦੋਂ ਦਵਾਈ ਖਾਓ, ਦਵਾਈ ਜਿਹੜੀ ਹੈ ਤੁਹਾਨੂੰ ਠੀਕ ਕਰਨ ਲਈ ਹੈ, ਪਰ ਦਵਾਈ ਤੁਹਾਡੇ ਲਈ ਪੂਰੀ ਮਾਫਕ ਹੋਵੇ, ਉਹਦੇ ਲਈ ਤੁਹਾਨੂੰ ਕੋਆਪਰੇਸ਼ਨ ਚਾਹੀਦੀ ਹੈ ਕਿ ਜੇ ਕਿਸੇ ਤੋਂ ਐਲਰਜੀ ਹੈ ਜਾਂ ਕੋਈ ਪ੍ਰੋਬਲਮ ਹੈ ਤੁਸੀਂ ਪਲੀਜ਼ ਆ ਕੇ ਦੱਸੋ। ਆਪਣੀ ਮਰਜ਼ੀ ਨਾਲ ਆਪਣੀ ਦਵਾਈ ਨਾ ਛੱਡੋ, ਕਿਉਂਕਿ ਕਈ ਵਾਰੀ ਇਦਾਂ ਹੁੰਦਾ ਜਿੱਦਾਂ ਟੀਵੀ ਦੀ ਦਵਾਈ ਹੈ, ਜੇ ਆਪਾਂ ਸ਼ੁਰੂ ਕੀਤੀ ਗਈ ਹੈ ਦਵਾਈ ਆਪਾਂ ਕਈ ਵਾਰੀ ਕਹਿੰਦੇ ਕਿ ਹਾਂ ਕੋਈ ਗੱਲ ਨਹੀਂ ਮਹੀਨੇ ਬਾਅਦ ਖਾਂਸੀ ਠੀਕ ਹੋ ਗਿਆ ਤਾਂ ਦਵਾਈ ਬੰਦ ਕਰ ਦਿੰਦਾ, ਇਹ ਸਾਡੇ ਲਈ ਨੁਕਸਾਨਦਾਇਕ ਹੈ। ਜੇ ਅਸੀਂ ਐਵੇਂ ਦਵਾਈ ਬੰਦ ਕਰ ਦਿਆਂਗੇ, ਜਿਹੜੀ ਦਵਾਈ ਹੱਲੇ ਇਸ ਵੇਲੇ ਇਫੈਕਟਿਵ ਹੈਗੀ ਹੈ ਉਹ ਸਾਡੇ ਲਈ ਉਹ ਜਿਹੜੀ ਹੈ ਇਨਫੈਕਟਿਵ ਹੋ ਜਾਏਗਾ, ਸਾਡੇ ਲਈ ਨਸੂਰ ਬਣ ਜਾਏਗੀ, ਸਾਡੀ ਬਿਮਾਰੀ ਜਿਹੜੀ ਹੈ ਉਹ ਫਿਰ ਦਵਾਈ ਨਾਲ ਕੰਟਰੋਲ ਨਹੀਂ ਆਏਗੀ। ਸੋ ਤੁਹਾਨੂੰ ਪ੍ਰੋਬਲਮ ਹੈ, ਡਾਕਟਰ ਨਾਲ ਸਲਾਹ ਕਰਕੇ ਉਹ ਤੁਹਾਨੂੰ ਤਰੀਕੇ ਨਾਲ ਦਵਾਈ ਘਟਾ ਕੇ ਜੇ ਬੰਦ ਕਰਨਾ ਤੁਸੀਂ ਨਹੀਂ ਲੈਣਾ ਚਾਹੁੰਦੇ ਤੁਹਾਨੂੰ ਬੰਦ ਕਰ ਦੇਗਾ ਤਰੀਕੇ ਨਾਲ। ਪਲੀਜ਼ ਆਪਣੇ ਆਪ ਆਪਣੀ ਮਰਜ਼ੀ ਨਾਲ ਨਹੀਂ ਛੱਡਣਾ। ਤੇ ਜੇ ਕੋਈ ਦਵਾਈ ਨਾਲ ਕੋਈ ਤਕਲੀਫ ਹੁੰਦੀ ਹੈ, ਕੋਈ ਧੱਪੜ ਹੁੰਦੇ ਹੈ, ਕੋਈ ਲਾਲੀ ਹੁੰਦੀ ਹੈ, ਕੋਈ ਖਾਰਸ਼ ਹੁੰਦੀ ਹੈ, ਕੋਈ ਚੱਕਰ ਆਉਂਦੇ ਹੈ, ਕੋਈ ਬਲੱਡ ਪ੍ਰੈਸ਼ਰ ਦੀ ਕੋਈ ਪ੍ਰੋਬਲਮ ਹੋ ਜਾਂਦੀ ਹੈ, ਤਾਂ ਉਹ ਚੀਜ਼ਾਂ ਤੁਸੀਂ ਨਾਲ ਡਾਕਟਰ ਨੂੰ ਦੱਸੋ ਤਾਂ ਕਿ ਉਹ ਤੁਹਾਡਾ ਉਹ ਟ੍ਰੀਟ ਕਰ ਸਕਣ, ਤੁਹਾਨੂੰ ਤਰੀਕਾ ਦੇ ਸਕਣ, ਤਾਂ ਕਿ ਤੁਹਾਨੂੰ ਬੈਸਟ ਦਵਾਈ ਜਿਹੜੀ ਹੈ ਉਹ ਤੁਹਾਨੂੰ ਮੇਡ ਅਵੇਲੇਬਲ ਹੋਵੇ। ਦਯਾਨੰਦ ਦੇ ਵਿੱਚ ਆਲਰੇਡੀ ਜਿਹੜੀ ਦਵਾਈ ਹੈਗੀ ਹੈ ਉਹ ਆਲਰੇਡੀ ਬਹੁਤ ਘੱਟ ਰੇਟ ਤੇ ਮਿਲਦੀ ਹੈਗੀ ਹੈ ਬਾਕੀਆਂ ਨਾਲੋਂ, ਕੁਆਲਿਟੀ ਉਹਦੀ ਜਿਹੜੀ ਅਸ਼ੋਰਡ ਹੈ। ਸੋ ਜੇ ਤੁਹਾਨੂੰ ਕੋਈ ਦਵਾਈ ਲਿਖੀ ਜਾਂਦੀ ਹੈ ਤੁਸੀਂ ਉੱਥੋਂ ਲੈਣਾ ਚਾਹੁੰਦੇ ਹੋ, ਤੁਸੀਂ ਤੁਹਾਨੂੰ ਆਰਾਮ ਨਾਲ ਤੁਹਾਨੂੰ ਸਾਰੀ ਹੋਈ। ਜੇ ਤੁਹਾਨੂੰ ਲੱਗਦਾ ਹੈ ਕੋਈ ਸਵਾਲ ਪੁੱਛਣ ਵਾਲਾ ਜਾਂ ਕੁਝ ਹੋਰ ਪੁੱਛਣੀ ਚਾਹੁੰਦੇ ਹੋ ਤੁਸੀਂ ਪਲੀਜ਼ ਇਸ ਬਾਰੇ, ਤਾਂ ਅਸੀਂ ਅੱਜ ਸਾਰੇ ਆਏ ਹੋਏ ਹਾਂ, ਤੁਸੀਂ ਸਾਨੂੰ ਪੁੱਛ ਸਕਦੇ ਹੋ। ਥੈਂਕ ਯੂ।